हाँ जी Rajay, good afternoon to all. Today your auditing topic is introduction to standard on auditing. ਤੇ ਜਿਸ ਤਰ੍ਹਾਂ ਰਜੇ ਆਪਾਂ ਫਸਟ ਚੈਪਟਰ ਦੇ ਵਿੱਚ ਪੜ੍ਹ ਚੁੱਕੇ ਹਾਂ ਮੀਨਿੰਗ ਆਫ ਆਡਿਟਿੰਗ ਹੋ ਗਿਆ, ਇਸ ਦੇ ਬੇਸਿਕ ਕਰੈਕਟਰਿਸਟਿਕਸ ਹੋ ਗਈਆਂ, ਇਸ ਤੋਂ ਇਲਾਵਾ ਅੱਗੇ ਕਿਹੜੇ ਟਾਈਪਸ ਦੇ ਜੋ ਫੰਕਸ਼ਨਸ ਨੇਗੇ ਉਹ ਆਡਿਟਿੰਗ ਦੇ ਵਿੱਚ ਪਰਫੋਰਮ ਕੀਤੇ ਜਾਂਦੇ ਨੇ। ਠੀਕ ਹੈ, ਅਤੇ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਰਾਜੇ ਸਟੈਂਡਰਡਸ ਦੀ, ਸਟੈਂਡਰਡਸ ਦਾ ਮਤਲਬ ਕਹਿ ਦਿੰਦੇ ਹਾਂ ਆਪਾਂ ਇੱਕ ਸੈੱਟ ਆਫ ਰੂਲਸ ਕਿ ਜੋ ਕਿਸੇ ਕੰਮ ਦੀ ਜੋ ਐਫੀਸ਼ੈਂਸੀ ਹੈ ਉਸ ਚੀਜ਼ ਨੂੰ ਜੋ ਮੈਜ਼ਰ ਕਰਨ ਦੇ ਲਈ ਜਾਂ ਉਸ ਚੀਜ਼ ਨੂੰ ਐਨਾਲਾਈਜ਼ ਕਰਨ ਦੇ ਲਈ ਆਪਾਂ ਨੂੰ ਰਿਕੁਆਇਰਡ ਹੈ। ਤਾਂ ਜਦੋਂ ਆਪਾਂ ਕੀ ਹੈ ਆਡਿਟਿੰਗ ਦੇ ਸਟੈਂਡਰਡਸ ਦੀ ਗੱਲ ਕਰਦੇ ਹਾਂ, ਇਟ ਮੀਨਸ ਦੈਟ ਕਿ ਉਹ ਸੈੱਟ ਆਫ ਰੂਲਸ ਜਿਸ ਕਰਕੇ ਜੋ ਆਡਿਟਿੰਗ ਹੈ ਉਹ ਕੀ ਹੈ ਐਗਜ਼ਿਸਟੈਂਸ ਦੇ ਵਿੱਚ ਹੈ ਕਿ ਆਡਿਟਿੰਗ ਹੈ ਜੋ ਉਹ ਬੈਟਰ ਤਰੀਕੇ ਦੇ ਨਾਲ ਹੋ ਸਕਦੀ ਹੈ। ਤਾਂ ਕਹਿੰਦੇ ਆਡਿਟਿੰਗ ਦੇ ਵਰਕ ਦੇ ਵਿੱਚ ਵਧੀਆ ਇੰਪਰੂਵਮੈਂਟ ਲਿਆਉਣ ਦੇ ਲਈ ਜਾਂ ਉਸਨੂੰ ਵਧੀਆ ਕੁਆਲਿਟੀ ਦਾ ਬਣਾਉਣ ਦੇ ਲਈ, ਤਾਂ ਕਿ ਜੋ ਇੱਕ CA ਹੈ, ਠੀਕ ਹੈ, ਚਾਰਟਰਡ ਅਕਾਊਂਟੈਂਟ ਹੈ, ਕਿ ਉਸ ਦੁਆਰਾ ਜਿਹੜਾ ਕੰਮ ਵੀ ਉਸਨੇ ਚੈੱਕ ਕੀਤਾ ਹੈ, ਠੀਕ ਹੈ, ਕੋਈ ਵੀ ਰਿਕਾਰਡਸ ਨੇ, ਅਕਾਊਂਟਸ ਨੇਗੇ, ਤਾਂ ਕਹਿੰਦੇ ਉਹਨਾਂ ਦੇ ਵਿੱਚ ਕੀ ਹੈ ਇੱਕ ਹਾਈ ਕੁਆਲਿਟੀ ਹੈ ਜੋ ਉਸਦਾ ਲੈਵਲ ਹੈ ਮੇਨਟੇਨ ਕੀਤਾ ਜਾ ਸਕੇ, ਅਤੇ ਇਸ ਤੋਂ ਇਲਾਵਾ ਉਸ ਦੇ ਵਿੱਚ ਕੋਈ ਮਿਸ ਸਟੇਟਮੈਂਟ ਤਾਂ ਨਹੀਂ ਹੈਗੀ, ਉਸ ਚੀਜ਼ ਨੂੰ ਚੈੱਕ ਕੀਤਾ ਜਾ ਸਕੇ। ਤਾਂ ਇਸ ਪਰਪਜ਼ ਦੇ ਲਈ ਕੁਛ ਜਿਹੜੇ ਸਟੈਂਡਰਡਸ ਨੇ ਉਹ ICAI ਨੇ ਇਸਟੈਬਲਿਸ਼ ਕੀਤੇ ਨੇ। ICAI ਰੈਫਰਸ ਟੂ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ। ਤਾਂ ਉਸਨੇ ਕੁਛ ਸਟੈਂਡਰਡ ਦਿੱਤੇ ਨੇ ਰਜੇ, ਜਿਸ ਤਰ੍ਹਾਂ ਫਸਟ ਸਟੈਂਡਰਡ ਹੈ ਤੁਹਾਡਾ ਕਿ ਜੋ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਉਹ ਕੀ ਹੈ ਕਿਸ ਚੀਜ਼ ਦੇ ਨਾਲ ਰਿਲੇਟ ਕਰੂਗੀ, ਹਿਸਟੋਰੀਕਲ ਬੈਕਗਰਾਊਂਡ ਦੇ ਨਾਲ। ਠੀਕ ਹੈ, ਕਿ ਇੱਕ ਕੰਪਨੀ ਦੀ ਜੋ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਇਹ ਤਾਂ ਆਪਾਂ ਨੋਰਮਲੀ ਵੀ ਜਾਣਦੇ ਹਾਂ ਹਨ ਕਿ ਉਹ ਕਿਸ ਚੀਜ਼ ਨਾਲ ਡੀਲ ਕਰਦੀ ਹੈ, ਹਿਸਟੋਰੀਕਲ ਪੋਜੀਸ਼ਨ ਦੇ ਨਾਲ, ਕਿ ਇੱਕ ਕੰਪਨੀ ਨੇ ਆਪਣੇ ਪਾਸਟ ਦੇ ਵਿੱਚ ਕੀ ਕੁਝ ਕੀਤਾ ਸੀ। ਸੈਕਿੰਡ ਹੈ ਰਾਜੇ ਸਟੈਂਡਰਡਸ ਔਨ ਰਿਵਿਊ ਇੰਗੇਜਮੈਂਟਸ। ਅਤੇ ਇਸ ਤੋਂ ਇਲਾਵਾ ਕੀ ਹੁੰਦਾ ਰਾਜੇ ਕਿ ਜੋ ਵੀ ਆਪਣੀਆਂ ਟ੍ਰਾਂਸੈਕਸ਼ਨਸ ਨੇ ਉਸ ਦੇ ਨਾਲ ਜਿੰਨੀਆਂ ਆਪਣੀਆਂ ਇੰਗੇਜਮੈਂਟਸ ਨੇ, ਇੰਗੇਜਮੈਂਟਸ ਹੁੰਦਾ ਰਾਜੇ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਕਿਸੇ ਟ੍ਰਾਂਜੈਕਸ਼ਨਸ ਦੇ ਪ੍ਰੂਫ ਹੋ ਗਏ ਹਨ, ਐਵੀਡੈਂਸਿਸ ਹੋ ਗਏ, ਉਹ ਚੀਜ਼ਾਂ। ਥਰਡ ਹੈ ਜੀ ਸਟੈਂਡਰਡਸ ਔਨ ਅਸ਼ੋਰੈਂਸ ਇੰਗੇਜਮੈਂਟ ਆਰ ਅਪਲਾਈ ਟੂ ਅਸ਼ੋਰੈਂਸ ਇੰਗੇਜਮੈਂਟਸ। ਅਸ਼ੋਰੈਂਸ ਇੰਗੇਜਮੈਂਟਸ ਕੀ ਹੁੰਦੀਆਂ ਨੇ ਰਾਜੇ ਆਪਣੀਆਂ ਕਿ ਜਦੋਂ ਆਪਾਂ ਕਿਸੇ ਚੀਜ਼ ਦੇ ਨਾਲ ਇੰਗੇਜ ਹੁੰਦੇ ਹਾਂ, ਮਤਲਬ ਜਦੋਂ ਆਡਿਟਿੰਗ ਦੇ ਵਰਕ ਦੇ ਵਿੱਚ ਇੰਗੇਜ ਹੁੰਦੇ ਹਾਂ ਤਾਂ ਉੱਥੇ ਆਪਾਂ ਇਹ ਅਸ਼ੋਰਟੀ ਦਿੰਦੇ ਹਾਂ ਕਿ ਜੋ ਇੱਕ CA ਪਰਸਨ ਹੈ ਉਹ ਇਹ ਅਸ਼ੋਰਟੀ ਦਿੰਦਾ ਕਿ ਉਸ ਦੁਆਰਾ ਜਿਹੜਾ ਚੈੱਕ ਕੀਤਾ ਹੋ ਗਿਆ ਵਰਕ ਹੈ ਉਹ ਕੀ ਹੈ ਪ੍ਰੋਪਰਲੀ ਸਹੀ ਹੈ, ਕਿ ਉਸ ਦੇ ਵਿੱਚ ਕੋਈ ਵੀ ਚੀਜ਼ ਹੈ ਜੋ ਉਹ ਗਲਤ ਨਹੀਂ ਹੈ। ਫੋਰਥ ਹੈ ਰਾਜੇ ਸਟੈਂਡਰਡ ਔਨ ਰਿਲੇਟਡ ਸਰਵਿਸਿਜ਼, ਕਿ ਜੋ ਵੀ ਆਪਣੀਆਂ ਰਿਲੇਟਡ ਸਰਵਿਸਿਜ਼ ਹੋ ਗਈਆਂ, ਕੋਈ ਸੇਲ ਪਰਚੇਜ਼ ਦੀਆਂ ਸਰਵਿਸਿਜ਼ ਹੋ ਗਈਆਂ, ਉਹਨਾਂ ਐਕਟੀਵਿਟੀਜ਼ ਦੀ ਪ੍ਰੋਪਰਲੀ ਚੈਕਿੰਗ। ਸਟੈਂਡਰਡ ਔਨ ਕੁਆਲਿਟੀ ਕੰਟਰੋਲ, ਇੱਕ ਕੰਪਨੀ ਦੀ ਜੋ ਵੀ ਉਸਦੇ ਆਪਰੇਸ਼ਨਸ ਹੋ ਗਏ, ਜਿੰਨੀਆਂ ਉਸਦੀਆਂ ਐਕਟੀਵਿਟੀਜ਼ ਹੋ ਗਈਆਂ, ਉਹਨਾਂ ਦੇ ਵਿੱਚ ਕੀ ਇੱਕ ਹਾਈ ਲੈਵਲ ਹੈ ਜੋ ਆਪਣਾ ਕੁਆਲਿਟੀ ਦਾ ਉਹ ਮੇਨਟੇਨ ਕੀਤਾ ਜਾਵੇ, ਇਸ ਚੀਜ਼ ਨੂੰ ਵੀ ਉਹ ਕੀ ਕਰਦੇ ਰਹਿੰਦੇ ਨੇ, ਵੈਰੀਫਾਈ ਕਰਦੇ ਰਹਿੰਦੇ ਨੇ। ਉਸ ਤੋਂ ਬਾਅਦ ਹੈ ਰਾਜੇ ਤੁਹਾਡਾ AASB ਆਡਿਟਿੰਗ ਅਸ਼ੋਰੈਂਸ ਐਂਡ ਸਟੈਂਡਰਡ ਬੋਰਡ। ਇਸ ਦਾ ਸ਼ਾਰਟ ਕੁਐਸਚਨ ਦੇ ਲਈ ਵੀ ਤੁਸੀਂ ਇਹਨੂੰ ਪ੍ਰਪੇਅਰ ਕਰ ਸਕਦੇ ਹੋ। ਅਤੇ ਜੋ ਇਹ ਬੋਰਡ ਹੈ ਰਾਜੇ ਇਹ ਤੁਹਾਡੇ ਸਾਰੇ ਜਿੰਨੇ ਵੀ ਸਟੈਂਡਰਡਸ ਨੇ ਉਹਨਾਂ ਨੂੰ ਕੀ ਕਰਦਾ, ਰੈਗੂਲੇਟ ਕਰਦਾ ਕਿ ਕਿਸ ਤਰ੍ਹਾਂ ਦੇ ਸਟੈਂਡਰਡ ਨੇ ਜੋ ਇੱਕ ਬਿਜ਼ਨਸ ਦੇ ਵਿੱਚ ਆਪਾਂ ਦੇਣੇ ਨੇਗੇ। ਅਤੇ ਇਸ ਬੋਰਡ ਦੇ ਕੁਛ ਓਬਜੈਕਟਿਵ ਨੇ, ਜਿਸ ਤਰ੍ਹਾਂ ਹਾਈ ਕੁਆਲਿਟੀ ਆਡਿਟਿੰਗ, ਠੀਕ ਹੈ, ਕਿ ਵਧੀਆ ਕੁਆਲਿਟੀ ਦੀ ਆਡਿਟਿੰਗ ਸਟੈਂਡਰਡਸ ਜੋ ਰੱਖੇ ਜਾਣ ਤਾਂ ਕਿ ਜਿਹੜੀ ਆਡਿਟਿੰਗ ਹੈ ਉਹਨੂੰ ਸਹੀ ਢੰਗ ਦੇ ਨਾਲ ਆਪਾਂ ਮੈਜ਼ਰ ਕਰ ਸਕੀਏ। ਇਸ ਤੋਂ ਇਲਾਵਾ ਕੀ ਹੈ ਕੋਈ ਵੀ ਹੋਰ ਅਸ਼ੋਰੈਂਸ ਦੀਆਂ ਜਿਹੜੀਆਂ ਸਰਵਿਸਿਜ਼ ਨੇ, ਚਾਹੇ ਫਾਈਨੈਂਸ਼ੀਅਲ ਨੇਚਰ ਦੀਆਂ ਨੇ ਚਾਹੇ ਨੋਨ ਫਾਈਨੈਂਸ਼ੀਅਲ ਨੇਚਰ ਦੀਆਂ ਨੇ। ਅਤੇ ਇਸ ਤੋਂ ਇਲਾਵਾ ਕੀ ਹੈ ਕਿ ਜੋ ਕੁਆਲਿਟੀ ਕੰਟਰੋਲ ਦੀਆਂ ਸਰਵਿਸਿਜ਼ ਨੇ ਉਹਨਾਂ ਦੇ ਲਈ ਜੋ ਸਟੈਂਡਰਡਸ ਨੇ ਉਹ ਵੀ ਆਪਣੇ ਕੀ ਹੋਣ, ਐਫੀਸ਼ੀਐਂਟ ਸਟੈਂਡਰਡਸ ਹੋਣ। ਇਸ ਤੋਂ ਇਲਾਵਾ ਕੀ ਹੈ ਜੇ ਪ੍ਰੋਨਾਊਂਸਮੈਂਟਸ ਔਨ ਆਡਿਟਿੰਗ, ਕਿ ਜੋ ਵੀ ਆਪਣੇ ਆਡਿਟਿੰਗ ਦੇ ਰਿਲੇਟਡ ਕੋਈ ਰੂਲਸ ਰੈਗੂਲੇਸ਼ਨਸ ਬਣਨੇ ਨੇ, ਕੋਈ ਪ੍ਰੋਸੀਜਰ ਹੈ ਜੋ ਆਪਾਂ ਨੇ ਇਸਟੈਬਲਿਸ਼ ਕਰਨਾ ਹੈ, ਹਰ ਇੱਕ ਚੀਜ਼ ਦੇ ਰਿਲੇਟਡ ਇਹ ਕੀ ਕਰਦੇ ਹੈ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ। ਅਤੇ ਇਹ ਆਪਣਾ ASB ਆ ਗਿਆ। ਓਬਜੈਕਟਿਵਸ ਅਤੇ ਫੰਕਸ਼ਨਸ ਹੈ ਜੋ ਆਪਾਂ ਸੇਮ ਹੀ ਨੇ ਜੋ ਕਰ ਚੁੱਕੇ ਹਾਂ। ਅਤੇ ਇਸ ਦੀ ਕੰਪੋਜੀਸ਼ਨ ਕੀ ਹੈ ਰਾਜੇ, ਇਸ ਦੇ ਵਿੱਚ ਕੀ ਹੁੰਦੇ ਨੇ, ਕੁਛ ਇਲੈਕਟਡ ਮੈਂਬਰਸ ਹੁੰਦੇ ਨੇਗੇ ICAI ਕੌਂਸਲ ਦੇ, ਠੀਕ ਹੈ, ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ। ਬਿਸਾਈਡਸ ਦੈਟ ਐਮੀਨੈਂਟ ਮੈਂਬਰਸ ਇਨ ਪ੍ਰੋਫੈਸ਼ਨ, ਐਮੀਨੈਂਟ ਹੁੰਦਾ ਰਾਜੇ ਕਿ ਜੋ ਸਕਿੱਲਫੁਲ ਨੇ, ਠੀਕ ਹੈ, ਜਿਨ੍ਹਾਂ ਦੇ ਵਿੱਚ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਕੋਈ ਸਕਿੱਲਸ ਹੈਗੀਆਂ ਨੇ। ਐਂਡ ਸਪੈਸ਼ਲ ਇਨਵਾਈਟੀਜ਼ ਹੁੰਦੇ ਨੇ SEBI ਤੋਂ, ਠੀਕ ਹੈ, ਸਟੋਕ ਐਕਸਚੇਂਜ ਬੋਰਡ ਆਫ ਇੰਡੀਆ, RBI ਰਿਜ਼ਰਵ ਬੈਂਕ ਆਫ ਇੰਡੀਆ, IRDA ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਐਂਡ IITs ਹੋ ਗਈਆਂ ਆਪਣੀਆਂ, ਠੀਕ ਹੈ। ਅਤੇ ਇਸ ਤੋਂ ਇਲਾਵਾ ਜੋ ਆਪਣੀ ਐਸੋਸੀਏਸ਼ਨ ਆਫ ਇੰਡਸਟਰੀਜ਼ ਦੀ ਜਿਹੜੀ ਬਣੀ ਹੋਈ ਹੈ ਉਸ ਦੇ ਜਿਹੜੇ ਮੈਂਬਰਸ ਹੁੰਦੇ ਨੇ ਇਨਵਾਈਟੀਜ਼ ਇਸ ਦੇ ਵਿੱਚ
ਇਨਕਲੂਡਡ ਹੁੰਦੇ ਨੇ। ਆਫਟਰ ਦੈਟ ਹੈ ਜੇ ਸਕੋਪ ਹੋਇਆ ਸਟੈਂਡਰਡ ਆਡੀਟਿੰਗ ਦਾ, ਸਟੈਂਡਰਡਸ ਆਫ ਆਡੀਟਿੰਗ ਦਾ, ਤਾਂ ਸਕੋਪ ਦੇ ਵਿੱਚ ਤੁਸੀਂ ਕੀ ਕਹੋਗੇ ਕਿ ਜੋ ਵੀ ਆਡਿਟ ਕਿ ਜਦੋਂ ਆਪਾਂ ਆਡੀਟਿੰਗ ਸਟਾਰਟ ਕਰਦੇ ਹਾਂ ਉਦੋਂ ਤੋਂ ਲੈ ਕੇ ਜਦੋਂ ਤੱਕ ਫਾਈਨਲ ਆਡਿਟ ਰਿਪੋਰਟ ਨਹੀਂ ਬਣ ਜਾਂਦੀ ਤਾਂ ਉੱਥੇ ਤੱਕ ਜੋ ਇਸ ਆਡੀਟਿੰਗ ਦਾ ਸਟੈਂਡਰਡ ਹੈ ਉਹ ਚੱਲਦਾ ਰਹਿੰਦਾ, ਮਤਲਬ ਜੋ ਵੀ ਇਸ ਦੀਆਂ ਐਕਟੀਵਿਟੀਜ਼ ਨੇ ਉੱਥੇ ਤੱਕ ਚੱਲਦੀਆਂ ਰਹਿੰਦੀਆਂ ਨੇ। ਅਤੇ ਇਸ ਤੋਂ ਇਲਾਵਾ ਪ੍ਰੋਸੀਜਰ ਫॉर ਇਸ਼ੂਇੰਗ ਸਟੈਂਡਰਡਸ ਆਫ ਆਡੀਟਿੰਗ, ਕਿ ਜੋ ਆਡੀਟਿੰਗ ਦੇ ਸਟੈਂਡਰਡ ਨੇ ਉਹ ਕਿਵੇਂ ਕਿਵੇਂ ਇਸ਼ੂ ਕੀਤੇ ਜਾਂਦੇ ਨੇ, ਉਹਨਾਂ ਦੀ ਪ੍ਰੋਸੀਜਰ ਹੈ, ਪ੍ਰੋਸੈਸ ਹੈ। ਜਿਵੇਂ ਦ ਬਰੋਡ ਏਰੀਆਜ਼ ਵਿੱਚ ਰਿਕੁਆਇਰ ਸਟੈਂਡਰਡ ਆਫ ਆਡੀਟਿੰਗ, ਤਾਂ ਕਿਹੜੇ ਕਿਹੜੇ ਏਰੀਆ ਦੇ ਵਿੱਚ ਆਪਾਂ ਨੂੰ ਸਟੈਂਡਰਡ ਆਫ ਆਡੀਟਿੰਗ ਚਾਹੀਦੇ ਨੇ, ਪਹਿਲਾਂ ਉਸ ਏਰੀਆ ਨੂੰ ਆਪਾਂ ਕੀ ਕਰ ਦਿੰਦੇ ਹਾਂ, ਰਿਕੋਗਨਾਈਜ਼ ਕਰ ਲੈਂਦੇ ਹਾਂ। ਉਸ ਤੋਂ ਬਾਅਦ ਕੀ ਹੈ ਜੀ, ਜੋ ਆਪਣਾ ਅਕਾਊਂਟਿੰਗ ਐਂਡ ਅਸ਼ੋਰੈਂਸ ਸਟੈਂਡਰਡ ਬੋਰਡ ਬਣਿਆ ਹੋਇਆ ਠੀਕ ਹੈ, ਉਹ ਕੀ ਕਰਦਾ ਹੈ, ਉਹ ਅਲੱਗ-ਅਲੱਗ ਗਰੁੱਪ ਵਾਈਜ਼ ਉਹਦੇ ਜਿਹੜੇ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਡਿਵਾਈਡ ਕਰ ਲਿਆ ਜਾਂਦਾ ਕਿ ਕਿਸ ਏਰੀਆ ਦੇ ਵਿੱਚ ਕਿਹੜਾ ਪਰਸਨ ਹੈ ਜੋ ਆਪਣੀਆਂ ਜੋ ਸਰਵਿਸਿਜ਼ ਹੈ ਉਹ ਪ੍ਰੋਵਾਈਡ ਕਰੂਗਾ ਠੀਕ ਹੈ। ਅਤੇ ਉਸ ਤੋਂ ਇਲਾਵਾ ਕੀ ਹੈ, ਜੋ ਇਸ ਸਟੱਡੀ ਗਰੁੱਪ ਦੁਆਰਾ ਜਿਹੜਾ ਵੀ ਵਰਕ ਡਨ ਕੀਤਾ ਜਾਂਦਾ ਉਸ ਦੇ ਬਿਹਾਫ ਦੇ ਉੱਤੇ ਇੱਕ ਡਰਾਫਟ ਬਣਾ ਲਿਆ ਜਾਂਦਾ ਹੈ। ਡਰਾਫਟ ਕਹਿ ਸਕਦੇ ਹੋ ਤੁਸੀਂ ਕਿ ਇੱਕ ਪ੍ਰੋਵੀਜ਼ਨਲ ਜੀ ਸਟੇਟਮੈਂਟ ਬਣਾ ਲਈ ਜਾਂਦੀ ਹੈ ਜਿਸ ਦੇ ਵਿੱਚ ਜੋ ਵੀ ਤੁਹਾਡੇ ਰੂਲਸ ਰੈਗੂਲੇਸ਼ਨਸ ਨੇ ਜਾਂ ਸਟੈਂਡਰਡਸ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਹੈ ਉਸ ਚੀਜ਼ ਨੂੰ ਲਿਖ ਲਿਆ ਜਾਂਦਾ ਹੈ। ਅਤੇ ਆਫਟਰ ਦੈਟ ਕੀ ਹੈ ਜੀ, ਉਸ ਡਰਾਫਟ ਨੂੰ ਦੇਖਣ ਤੋਂ ਬਾਅਦ ਜਿਹੜੀ ASB ਹੈ ਉਹ ਕੀ ਕਰਦੀ ਹੈ, ਫਾਈਨਲਾਈਜੇਸ਼ਨ ਕਰਦੀ ਹੈ ਇਸਦੀ। ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਇਸ ਡਰਾਫਟ ਨੂੰ ਕੌਂਸਲ ਦੇ ਅੱਗੇ ਰੱਖਿਆ ਜਾਂਦਾ ਜੇਕਰ ਇਹ ਡਰਾਫਟ ਹੈ ਜਿਹੜਾ ਸਹੀ ਲੱਗਦਾ। ਉਸ ਤੋਂ ਬਾਅਦ ਕੁਛ ਤੁਹਾਨੂੰ ਇਹ ਸਟੈਂਡਰਡਸ ਦੀ ਲਿਸਟ ਦਿੱਤੀ ਹੋਈ ਹੈ, ਸਟੈਂਡਰਡ ਆਫ ਕੁਆਲਿਟੀ ਕੰਟਰੋਲ 1 ਤੋਂ ਲੈ ਕੇ ਸਟੈਂਡਰਡ ਆਫ ਅਕਾਊਂਟਿੰਗ 200, ਅਤੇ ਇਸ ਦੇ ਜਸਟ ਤੁਸੀਂ ਕੀ ਹੈ, ਇਹਨਾਂ ਸਟੈਂਡਰਡਸ ਦੇ ਵਿੱਚ ਇੱਕ ਵਾਰ ਗੋ ਥਰੂ ਹੋ ਜਾਓ ਕਿ ਕਿਸ ਸਟੈਂਡਰਡ ਦੇ ਵਿੱਚ ਕੀ ਚੀਜ਼ ਹੈ ਠੀਕ ਹੈ। ਅਤੇ ਜੋ ਇਹਨਾਂ ਦੀਆਂ ਇਫੈਕਟਿਵ ਡੇਟਸ ਨੇ ਇਹ ਸਟਾਰਟ ਹੁੰਦੇ ਨੇ ਹਰ ਫਾਈਨੈਂਸ਼ੀਅਲ ਈਅਰ ਤੋਂ, ਇਟ ਮੀਨਸ ਦੈਟ ਫਰੋਮ 1 ਅਪ੍ਰੈਲ ਤੋਂ। ਅਤੇ ਆਫਟਰ ਦੈਟ ਹੈ ਜੇ ਕੁਛ ਸਟੈਂਡਰਡਸ ਨੇਗੇ ਆਡੀਟਿੰਗ ਦੇ, ਜਿਸ ਤਰ੍ਹਾਂ ਕਿ ਜਦੋਂ ਆਪਾਂ ਨੇ ਆਡੀਟਿੰਗ ਕਰਨੀ ਹੈ ਤਾਂ ਉਸ ਦੇ ਵਿੱਚ ਕਿਹੜੀ ਜਿਹੜੀ ਪ੍ਰੋਸੈਸ ਹੈ ਇਨਵੋਲਵ ਹੁੰਦੀ ਹੈ ਅਤੇ ਉਹ ਕਿਸ ਢੰਗ ਨਾਲ ਉਹ ਵਰਕ ਹੈ ਪੂਰਾ ਕੀਤਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਆਡੀਟਰ ਦੇ ਓਬਜੈਕਟਿਵ ਕੀ ਹੋਣੇ ਚਾਹੀਦੇ ਨੇ। ਜਿਵੇਂ ਪਹਿਲਾਂ ਤਾਂ ਕੀ ਹੈ ਜੇ ਕਿ ਫਾਈਨੈਂਸ਼ੀਅਲ ਜਿਹੜੀਆਂ ਸਟੇਟਮੈਂਟਸ ਨੇਗੀਆਂ ਉਹਨਾਂ ਨੂੰ ਇਹ ਚੈੱਕ ਕਰਨਾ ਕਿ ਉਹਨਾਂ ਦੇ ਵਿੱਚ ਕੋਈ ਮਿਸ ਸਟੇਟਮੈਂਟ ਨਾ ਹੋਵੇ ਜਾਂ ਕੋਈ ਵੀ ਜਿਹੜੀ ਐਰਰ ਵਗੈਰਾ ਮਿਸਟੇਕ ਵਗੈਰਾ ਉਹ ਨਾ ਹੋਵੇ। ਸੈਕਿੰਡਲੀ ਇਹ ਹੈ ਕਿ ਜੋ ਵੀ ਆਪਾਂ ਫਾਈਂਡ ਆਊਟ ਕਰਾਂਗੇ ਠੀਕ ਹੈ, ਜੋ ਵੀ ਇਹ ਆਡੀਟਿੰਗ ਵਾਲੇ ਪਰਸਨ ਫਾਈਂਡ ਆਊਟ ਕਰਦੇ ਹੈ ਉਸ ਨੂੰ ਕੀ ਕਰਨਾ, ਕਮਿਊਨੀਕੇਟ ਕਰਨਾ ਟੂ ਕੰਸਰਨਡ ਅਥਾਰਟੀ, ਜਿਸ ਅਥਾਰਟੀ ਦੁਆਰਾ ਉਹ ਆਡੀਟਿੰਗ ਕਰਵਾਈ ਗਈ ਹੈ ਉਸ ਅਥਾਰਟੀ ਨੂੰ ਠੀਕ ਹੈ, ਨੋਟ ਟੂ ਦ ਕੰਪਨੀ। ਆਫਟਰ ਦੈਟ ਹੈ ਰਿਕੁਆਇਰਮੈਂਟਸ ਅਤੇ ਰਿਸਪੋਂਸੀਬਿਲਿਟੀਜ਼ ਨੇ ਕੁਛ ਆਡੀਟਰਸ ਦੀਆਂ, ਕਿ ਇੱਕ ਆਡੀਟਰ ਦੇ ਵਿੱਚ ਕਿਹੜੀਆਂ ਜਿਹੜੀਆਂ ਜੋ ਰਿਕੁਆਇਰਮੈਂਟਸ ਨੇਗੀਆਂ ਉਹ ਹੋਣੀਆਂ ਚਾਹੀਦੀਆਂ ਨੇਗੀਆਂ। ਇਹ ਸਾਰਾ ਕੁਛ ਆਪਾਂ ਪਿਛਲੇ ਲੈਕਚਰ ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ। ਜਿਵੇਂ ਪਹਿਲਾ ਹੈ ਜੀ ਐਥੀਕਲ ਰਿਕੁਆਇਰਮੈਂਟਸ ਕੀ ਹੈ ਕਿ ਜਿਵੇਂ ਇੰਟੀਗ੍ਰਿਟੀ ਹੋ ਗਿਆ ਠੀਕ ਹੈ, ਇੰਟੀਗ੍ਰੇਟ ਕਰਨ ਵਾਲਾ ਪਰਸਨ ਹੋਣਾ ਚਾਹੀਦਾ ਹੈ ਕਿ ਸਾਰੀਆਂ ਸਟੇਟਮੈਂਟਸ ਨੂੰ, ਓਬਜੈਕਟਿਵਿਟੀ ਪੂਰਾ ਓਬਜੈਕਟ ਦੇ ਉੱਤੇ ਗੱਲ ਕਰਨ ਵਾਲਾ ਹੋਣਾ ਚਾਹੀਦਾ ਹੈ ਕਿ ਟੂ ਦ ਪੁਆਇੰਟ ਕਹਿ ਸਕਦੇ ਹੋ। ਪ੍ਰੋਫੈਸ਼ਨਲ ਕੰਪੀਟੈਂਸ, ਪ੍ਰੋਫੈਸ਼ਨਲੀ ਉਹ ਪਰਸਨ ਸਕਿੱਲਫੁਲ ਹੋਣਾ ਚਾਹੀਦਾ ਹੈ। ਕੌਨਫੀਡੈਂਸ਼ੀਅਲਿਟੀ, ਕਿ ਜੋ ਕੰਪਨੀ ਦੀਆਂ ਸਟੇਟਮੈਂਟਸ ਨੇਗੀਆਂ ਠੀਕ ਹੈ ਉਹਨਾਂ ਨੂੰ ਕੌਨਫੀਡੈਂਸ਼ੀਅਲ ਰੱਖੇ, ਸੀਕਰੇਟ ਰੱਖੇ। ਪ੍ਰੋਫੈਸ਼ਨਲ ਬਿਹੇਵੀਅਰ ਉਸਦਾ ਕੀ ਹੋਣਾ ਚਾਹੀਦਾ ਹੈ, ਐਫੀਸ਼ੀਐਂਟ ਹੋਣਾ ਚਾਹੀਦਾ ਹੈ। ਆਫਟਰ ਦੈਟ ਗੱਲ ਕਰਦੇ ਰਹੇ ਆਪਾਂ ਪ੍ਰੋਫੈਸ਼ਨਲ ਸਕੈਪਟਿਸਿਜ਼ਮ ਦਾ ਕੀ ਮਤਲਬ ਹੁੰਦਾ ਹੈ ਕਿ ਜੋ ਕਿਸੇ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਜਿੰਨੀਆਂ ਗਲਤੀਆਂ ਨੇ ਉਹਨਾਂ ਨੂੰ ਫਾਈਂਡ ਆਊਟ ਕਰਨਾ, ਕਿ ਇੱਕ ਆਡੀਟਰ ਇਸ ਤਰ੍ਹਾਂ ਕੈਪੇਬਲ ਹੋਣਾ ਚਾਹੀਦਾ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮਿਸ ਸਟੇਟਮੈਂਟ ਹੈ, ਕੋਈ ਐਰਰ ਹੈ ਠੀਕ ਹੈ, ਕੋਈ ਮਿਸਟੇਕ ਹੈ, ਕੁਛ ਵੀ ਹੈ, ਉਸ ਚੀਜ਼ ਨੂੰ ਉਹ ਕੀ ਕਰ ਸਕੇ, ਈਜ਼ਲੀ ਫਾਈਂਡ ਆਊਟ ਕਰ ਸਕੇ। ਅਤੇ ਆਫਟਰ ਦੈਟ ਕੀ ਹੋਊਗਾ ਰਾਜੇ, ਪ੍ਰੋਫੈਸ਼ਨਲ ਜਜਮੈਂਟ, ਕਿ ਜੋ ਉਸਦੀ ਜਜਮੈਂਟ ਹੈ ਉਹ ਪ੍ਰੋਫੈਸ਼ਨਲ ਵੇ ਦੇ ਨਾਲ ਹੋਣੀ ਚਾਹੀਦੀ ਹੈ। ਮਤਲਬ ਕੀ ਹੈ, ਉਸਦੇ ਕੋਲ ਕੁਛ ਗਰਾਊਂਡਸ ਹੋਣ, ਕੁਛ ਰੀਜ਼ਨਸ ਹੋਣ ਕਿ ਜੋ ਵੀ ਜਜਮੈਂਟ ਉਹ ਪਰਸਨ ਕੀ ਹੈ ਕਿਸੇ ਵੀ ਕੇਸ ਦੇ ਰਿਗਾਰਡਿੰਗ ਜਾਂ ਕਿਸੇ ਵੀ ਹੋਰ ਇਨਫੋਰਮੇਸ਼ਨ ਦੇ ਰਿਗਾਰਡਿੰਗ ਦੇ ਰਿਹਾ ਹੈ। ਆਫਟਰ ਦੈਟ ਹੈ ਸਫੀਸ਼ੀਐਂਟ ਅਪਰੋਪਰੀਏਟ ਆਡਿਟ ਐਵੀਡੈਂਸ, ਕਿ ਜੋ ਉਸਨੇ ਆਡੀਟਿੰਗ ਕੀਤੀ ਹੈ ਉਸਦਾ ਉਹਦੇ ਕੋਲ ਕੀ ਹੈ, ਸਫੀਸ਼ੀਐਂਟ ਕੋਈ ਐਵੀਡੈਂਸ ਵੀ ਹੋਣਾ ਚਾਹੀਦਾ ਠੀਕ ਹੈ। ਫਿਰ ਹੀ ਉਸ ਪਰਸਨ ਨੂੰ ਪਤਾ ਲੱਗੂਗਾ ਕਿ ਕਿਸੇ ਦੂਸਰੀ ਅਥਾਰਟੀ ਨੂੰ ਪਤਾ ਲੱਗੂਗਾ ਕਿ ਆਡੀਟਿੰਗ ਹੋਈ ਹੈ ਕਿਸੇ ਚੀਜ਼ ਦੀ। ਕੰਡਕਟ ਆਫ ਆਡੀਟਿੰਗ ਇਨ ਅਕੋਰਡੈਂਸ ਵਿਦ ਸਟੈਂਡਰਡਸ ਆਫ ਅਕਾਊਂਟਿੰਗ, ਜਿੰਨੀਆਂ ਵੀ
ਆਡੀਟਿੰਗ ਕੀਤੀ ਜਾਊਗੀ ਉਹ ਸਾਰੀ ਆਡੀਟਿੰਗ ਕੀ ਹੈ ਸਟੈਂਡਰਡਸ ਆਫ ਅਕਾਊਂਟਿੰਗ ਦੇ ਅਕੋਰਡਿੰਗ ਹੀ ਹੋਊਗੀ। ਜਿਸ ਤਰ੍ਹਾਂ ਦੇ ਅਕਾਊਂਟਿੰਗ ਦੇ ਸਟੈਂਡਰਡਸ ਨੇਗੇ, ਜੋ ਅਕਾਊਂਟਿੰਗ ਦੇ ਸਟੈਂਡਰਡਸ ਦੇ ਵਿੱਚ ਕਿਹਾ ਗਿਆ, ਚਾਹੇ ਉਹ ਇੱਕ ਇੰਡੀਵਿਜੂਅਲ ਦੇ ਲਈ ਬਣਾਏ ਗਏ ਨੇ, ਚਾਹੇ ਕੁਛ ਹੋਰ ਰਿਕੁਆਇਰਮੈਂਟਸ ਨੇਗੀਆਂ, ਠੀਕ ਹੈ, ਸਾਰੀਆਂ ਰਿਕੁਆਇਰਮੈਂਟਸ ਨੂੰ ਕੀ ਕਰੂਗਾ, ਫੁੱਲਫਿਲ ਕਰਦਾ ਹੋਊਗਾ। ਉਸ ਤੋਂ ਬਾਅਦ ਹੈ ਜੇ ਕੁਛ ਲਿਮੀਟੇਸ਼ਨਸ ਨੇਗੀਆਂ ਆਡੀਟਿੰਗ ਦੀਆਂ, ਨੇਚਰ ਆਫ ਫਾਈਨੈਂਸ਼ੀਅਲ ਰਿਪੋਰਟਿੰਗ, ਠੀਕ ਹੈ, ਕਿ ਕਿਸ ਤਰ੍ਹਾਂ ਦੀ ਫਾਈਨੈਂਸ਼ੀਅਲ ਰਿਪੋਰਟ ਦੇ ਉੱਤੇ ਉਹ ਆਡੀਟਰ ਕੰਮ ਕਰ ਰਹੀ ਹੈ। ਕਈ ਵਾਰੀ ਇਹ ਚੀਜ਼ਾਂ ਕੋਈ ਨਾ ਕੋਈ ਲਿਮੀਟੇਸ਼ਨ ਹੈ ਜਿਹੜੀ ਕ੍ਰੀਏਟ ਕਰ ਦਿੰਦੀਆਂ ਹੁੰਦੀਆਂ ਨੇ ਕਿ ਉਹ ਕਿਸ ਟਾਈਪ ਦੇ ਡਾਟਾ ਨੂੰ ਆਡਿਟ ਕਰ ਰਿਹਾ ਹੈ। ਨੇਚਰ ਆਫ ਆਡਿਟ ਪ੍ਰੋਸੀਜਰਸ, ਕਿ ਆਡਿਟ ਦੇ ਪ੍ਰੋਸੀਜਰ ਕੀ ਨੇ, ਆਡਿਟਿੰਗ ਕਿਸ ਵੇ ਦੇ ਨਾਲ ਕੀਤੀ ਜਾ ਰਹੀ ਹੈ। ਨੀਡ ਫੋਰ ਦ ਆਡਿਟ ਟੂ ਬੀ ਕੰਡਕਟਡ ਵਿਦਿਨ ਅ ਰੀਜ਼ਨੇਬਲ ਪੀਰੀਅਡ ਆਫ ਟਾਈਮ, ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਨੋਰਮਲ ਗੱਲ ਹੈ, ਆਪਾਂ ਪਿਛਲੇ ਲੈਕਚਰ ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ ਕਿ ਇੱਕ ਪਰਸਨ ਨੂੰ ਆਡੀਟਿੰਗ ਕਰਨ ਦੇ ਲਈ ਇੱਕ ਲਿਮਿਟਡ ਟਾਈਮ ਦਿੱਤਾ ਜਾਂਦਾ ਹੈ, ਜਿਵੇਂ 1 ਵੀਕ ਲਗਾ ਲਓ, 15 ਡੇਜ਼ ਲਗਾ ਲਓ, ਠੀਕ ਹੈ, ਇੰਨਾ ਕੀ ਟਾਈਮ ਉਹਨੂੰ ਦਿੱਤਾ ਜਾਂਦਾ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਰਿਕਾਰਡਸ ਕੰਪਨੀ ਨੇ ਪੂਰੇ ਸਾਲ ਦੇ ਵਿੱਚ ਬਣਾਏ ਨੇ ਉਹਨਾਂ ਨੂੰ ਇੰਨੇ ਕੁ ਦਿਨਾਂ ਦੇ ਵਿੱਚ ਚੈੱਕ ਕਰਨਾ ਹੈ ਨਾ, ਅਤੇ ਇਸ ਤੋਂ ਇਲਾਵਾ ਉਹਨਾਂ ਦੇ ਵਿੱਚੋਂ ਫੋਲਟ ਵਗੈਰਾ ਨੂੰ ਲੱਭਣਾ, ਤਾਂ ਇਹ ਚੀਜ਼ ਥੋੜ੍ਹੀ ਜਿਹੀ ਕੀ ਹੋ ਜਾਂਦੀ ਹੈ, ਕੰਬਰਸਮ ਟਾਸਕ ਹੋ ਜਾਂਦਾ ਹੈ। ਆਫਟਰ ਦੈਟ ਹੈ ਤੁਹਾਡਾ ਲਿਮੀਟੇਸ਼ਨ ਆਫ ਟਾਈਮ ਐਂਡ ਕੋਸਟ, ਐਗਜ਼ਿਸਟੈਂਸ ਸੇਮ ਹੀ ਹੈ ਇਸ ਦੇ ਨਾਲ ਹੀ। ਅਦਰ ਮੈਟਰਸ ਦੇ ਵਿੱਚ ਫਰੋਡ ਵਗੈਰਾ ਹੁੰਦੇ ਨੇ ਜਿਹੜੇ, ਠੀਕ ਹੈ, ਅਤੇ ਇਸ ਤੋਂ ਇਲਾਵਾ ਕੀ ਰਚੇ ਕਿ ਜਿਵੇਂ ਇੱਕ ਆਡੀਟਰ ਇਹ ਵੀ ਚੈੱਕ ਕਰਦਾ ਹੈ ਕਿ ਇੱਕ ਕੰਪਨੀ ਹੈ ਜੋ ਉਹ ਲਾਅ ਦੇ ਪ੍ਰੋਸੀਜਰ ਨੂੰ ਫੋਲੋ ਕਰਦੀ ਹੈ ਕਿ ਨਹੀਂ ਕਰਦੀ, ਜੋ ਵੀ ਲਾਅ ਨੇ, ਰੂਲਸ ਅਤੇ ਰੈਗੂਲੇਸ਼ਨਸ ਨੇ ਜਿਹੜੇ ਬਣਾਏ ਨੇ। ਆਫਟਰ ਦੈਟ ਟੋਪਿਕ ਆਉਂਦਾ ਹੈ ਐਗਰਿੰਗ ਦ ਟਰਮਸ ਆਫ ਆਡਿਟ ਇੰਗੇਜਮੈਂਟਸ। ਜਦੋਂ ਆਡੀਟਿੰਗ ਦੀ ਟੀਮ ਹੈ ਜੋ ਆਪਣੇ ਵਰਕ ਦੇ ਵਿੱਚ ਲੱਗਦੀ ਹੈ, ਠੀਕ ਹੈ, ਆਡੀਟਿੰਗ ਸਾਰਾ ਸਟਾਫ ਹੈ ਆਡੀਟਿੰਗ ਦਾ, ਜਿੰਨੇ ਵੀ ਪਰਸਨ ਜਾਂਦੇ ਆ ਕਿਸੇ ਅਕਾਊਂਟਸ ਨੂੰ ਆਡਿਟ ਕਰਨ ਦੇ ਲਈ, ਤਾਂ ਉਸ ਵਰਕ ਨੂੰ ਬੋਲਿਆ ਜਾਂਦਾ ਹੈ ਆਡਿਟ ਇੰਗੇਜਮੈਂਟਸ। ਆਡਿਟ ਇੰਗੇਜਮੈਂਟਸ ਦੇ ਵਿੱਚ ਆਪਾਂ ਕੀ ਕਰਦੇ ਹਾਂ ਰਾਜੇ, ਕਿ ਜਿਵੇਂ ਇਹਦੇ ਵਿੱਚ ਪੂਰਾ ਤੁਸੀਂ ਇੱਕ ਬਰੀਫ ਜਿਹਾ ਕਹਿ ਸਕਦੇ ਹੋ ਕਿ ਜਦੋਂ ਜਿਹੜੇ ਆਡੀਟਰਸ ਨੇਗੇ ਕਿਸੇ ਵੀ ਕੰਪਨੀ ਦੇ ਵਿੱਚ ਜਾਂਦੇ ਹੈ ਜਾਂ ਕਿਸੇ ਵੀ ਹੋਰ ਅਥਾਰਟੀ ਦੇ ਵਿੱਚ ਆਡੀਟਿੰਗ ਕਰਨ ਦੇ ਲਈ ਜਾਂਦੇ ਹੈ, ਤਾਂ ਪਹਿਲਾਂ ਉਹ ਕੀ ਕਰਦੇ ਹੈ, ਇੱਕ ਡਰਾਫਟ ਦਾ ਬਣਾ ਲੈਂਦੇ ਹੁੰਦੇ ਆ, ਕਿ ਇੱਕ ਪਲਾਨਿੰਗ ਬਣਾ ਲੈਂਦੇ ਕਿ ਕਿਸ ਵੇ ਦੇ ਨਾਲ ਜੋ ਆਡੀਟਿੰਗ ਹੈ ਉਹ ਕੀ ਹੈ ਕੰਡਕਟ ਕੀਤੀ ਜਾਊਗੀ, ਕਿਹੜਾ ਪਰਸਨ ਕਿਸ ਅਕਾਊਂਟਸ ਨੂੰ ਆਡਿਟ ਕਰੂਗਾ ਅਤੇ ਕਿਹੜਾ ਪਰਸਨ ਕਿਹੜੇ ਅਕਾਊਂਟਸ ਨੂੰ ਆਡਿਟਿੰਗ ਕਰ ਦਊਗਾ। ਅਤੇ ਇਸ ਤੋਂ ਇਲਾਵਾ ਕੀ ਹੈ ਜੇ ਕਿ ਜੋ ਇਹ ਸਾਰੇ ਵਰਕ ਹੁੰਦੇ ਨੇ, ਮਤਲਬ ਜਿਵੇਂ ਇੱਕ ਮੇਨ ਪਰਸਨ ਹੋ ਗਿਆ ਉਹਨਾਂ ਦਾ, ਠੀਕ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਸੀਨੀਅਰ ਪਰਸਨ ਹੈ, ਤਾਂ ਉਸਨੂੰ ਜੋ ਸਾਰੀ ਇਨਫੋਰਮੇਸ਼ਨ ਹੈ ਇਸ ਦੇ ਰਿਗਾਰਡਿੰਗ ਉਹ ਪ੍ਰੋਵਾਈਡ ਕੀਤੀ ਜਾਊਗੀ। ਉਸ ਤੋਂ ਬਾਅਦ ਅੰਦਰ ਜੇ ਤੁਹਾਡਾ ਰੈਕਰਿੰਗ ਆਡਿਟਸ, ਜਿਹੜੀਆਂ ਕਿ ਟਾਈਮ ਟੂ ਟਾਈਮ ਕੁਛ ਟਾਈਮ ਪੀਰੀਅਡ ਬਾਅਦ ਜੋ ਆਡਿਟਿੰਗਸ ਨੇ ਉਹ ਕੀਤੀਆਂ ਜਾਂਦੀਆਂ ਨੇਗੀਆਂ। ਅਤੇ ਇਸ ਤੋਂ ਇਲਾਵਾ ਅੱਗੇ ਹੈ ਤੁਹਾਡਾ ਐਡੀਸ਼ਨਲ ਕੰਸੀਡਰੇਸ਼ਨ ਇੰਗੇਜਮੈਂਟ ਐਕਸੈਪਟੈਂਸ। ਇਸ ਦੇ ਵਿੱਚ ਜਸਟ ਕੀ ਹੈ ਕਿ ਫਾਈਨੈਂਸ਼ੀਅਲ ਰਿਪੋਰਟਿੰਗ, ਕਿ ਜਦੋਂ ਜੋ ਆਪਣੇ ਰੂਲਸ ਅਤੇ ਰੈਗੂਲੇਸ਼ਨਸ ਨੇਗੇ ਇੱਕ ਕੰਪਨੀ ਦੇ, ਉਹਨਾਂ ਰੂਲਸ ਰੈਗੂਲੇਸ਼ਨਸ ਨੂੰ ਚੈੱਕ ਕਰਨਾ ਕਿ ਜੋ ਇੱਕ ਕੰਪਨੀ ਹੈ, ਠੀਕ ਹੈ, ਕਿ ਕੰਪਨੀਜ਼ ਐਕਟ ਨੇ ਜੋ ਰੂਲਸ ਅਤੇ ਰੈਗੂਲੇਸ਼ਨਸ ਬਣਾਏ ਨੇ, ਕੰਸਰਨਡ ਕੰਪਨੀ ਉਹਨਾਂ ਰੂਲਸ ਅਤੇ ਰੈਗੂਲੇਸ਼ਨਸ ਨੂੰ ਫੋਲੋ ਕਰ ਰਹੀ ਹੈ ਕਿ ਨਹੀਂ ਕਰ ਰਹੀ। ਫਾਈਨੈਂਸ਼ੀਅਲ ਰਿਪੋਰਟਿੰਗ ਫਰੇਮਵਰਕ ਪ੍ਰੈਸਕ੍ਰਾਈਬਡ ਬਾਈ ਲਾਅ, ਅਦਰ ਮੈਟਰਸ। ਬਿਸਾਈਡਸ ਦਿਸ, ਕਿ ਜੋ ਮੈਨੇਜਮੈਂਟ ਹੈ ਉਹ ਕਿਸ ਵੇ ਦੇ ਨਾਲ ਵਰਕ ਕਰ ਰਹੀ ਹੈ, ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੋ ਵਰਕਰਸ ਨੇ ਉਹਨਾਂ ਨੂੰ ਬੇਸਿਕ ਅਮੈਨਿਟੀਜ਼, ਆਪਾਂ ਇੱਕ ਮੈਨੇਜਮੈਂਟ ਦਾ ਬੇਸਿਕ ਜੋ ਓਬਜੈਕਟਿਵ ਹੈ ਉਹ ਇਹੀ ਹੁੰਦਾ ਕਿ ਉਹਨਾਂ ਨੂੰ ਬੇਸਿਕ ਅਮੈਨਿਟੀਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਣ। ਤਾਂ ਇਸ ਚੀਜ਼ ਨੂੰ ਵੀ ਚੈੱਕ ਕਰਨਾ ਕਿ ਜੋ ਮੈਨੇਜਮੈਂਟ ਹੈ ਉਸਦਾ ਜੋ ਬਿਹੇਵੀਅਰ ਹੈ ਟੁਆਰਡਸ ਇਸ ਲੇਬਰ ਔਰ ਟੁਆਰਡਸ ਇਸ ਇੰਪਲੋਈਜ਼ ਉਹ ਕਿਸ ਤਰ੍ਹਾਂ ਦਾ। ਆਫਟਰ ਦੈਟ ਹੈ ਆਡੀਟਰਸ ਰਿਪੋਰਟ ਪ੍ਰੈਸਕ੍ਰਾਈਬਡ ਬਾਏ ਲਾਅ ਐਂਡ ਰੈਗੂਲੇਸ਼ਨਸ। ਅਤੇ ਜਦੋਂ ਉਹ ਪਰਸਨ ਔਰ ਇੱਕ ਆਡੀਟਰ ਹੈ ਜੋ ਉਹ ਸਾਰੀਆਂ ਹੀ ਸਟੇਟਮੈਂਟਸ ਨੂੰ ਚੈੱਕ ਕਰ ਲੈਂਦਾ ਕੰਪਨੀ ਦੀਆਂ ਨੂੰ, ਤਾਂ ਲਾਸਟ ਦੇ ਵਿੱਚ ਇੱਕ ਰਿਪੋਰਟ ਬਣਾਈ ਜਾਂਦੀ ਹੈ ਜਿਸ ਨੂੰ ਬੋਲਿਆ ਜਾਂਦਾ ਆਡੀਟਰਸ ਰਿਪੋਰਟ। ਇਸ ਰਿਪੋਰਟ ਦੇ ਵਿੱਚ ਆਡੀਟਿੰਗ ਦੇ ਰਿਲੇਟਡ ਜਿੰਨੀਆਂ ਵੀ ਫਾਈਂਡਿੰਗਸ ਹੁੰਦੀਆਂ ਨੇ ਸਾਰੀਆਂ ਫਾਈਂਡਿੰਗਸ ਨੂੰ ਕੀ ਹੈ ਰਾਈਟ ਡਾਊਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੰਪਨੀ ਦੀਆਂ ਜਿਹੜੀਆਂ ਸਟੇਟਮੈਂਟਸ ਦੇ ਵਿੱਚ ਕੋਈ ਵੀ ਮਿਸਟੇਕਸ ਵਗੈਰਾ ਜਿਹੜੀਆਂ ਨਿਕਲਦੀਆਂ ਨੇ ਉਹਨਾਂ ਸਾਰੀਆਂ ਮਿਸਟੇਕਸ ਨੂੰ ਵੀ ਲਿਖਿਆ ਜਾਂਦਾ ਹੈ ਕਿ ਕੀ ਜੋ ਇਹਨਾਂ ਸਟੇਟਮੈਂਟਸ ਦੇ ਵਿੱਚ ਉਹ ਗਲਤ ਹੈ। ਉਸ ਤੋਂ ਬਾਅਦ ਟੌਪਿਕ ਆਉਂਦਾ ਤੁਹਾਡਾ ਆਡਿਟ ਡਾਕੂਮੈਂਟੇਸ਼ਨ, ਕਿ ਆਡਿਟ ਦੇ ਲਈ ਆਪਾਂ ਨੂੰ ਕੀ ਹੈ ਡਾਕੂਮੈਂਟਸ ਚਾਹੀਦੇ ਨੇ, ਜਿਸ ਤਰ੍ਹਾਂ ਆਪਾਂ ਕਹਿ ਲਓ ਕਿ ਬੇਸਿਕ ਐਵੀਡੈਂਸਿਸ ਚਾਹੀਦੇ ਨੇ, ਕਿਉਂਕਿ ਇਹਨਾਂ ਨੂੰ ਹਾਸਿਲ ਕਰਨ ਦਾ ਓਬਜੈਕਟਿਵ ਕੀ ਹੁੰਦਾ ਹੈ, ਤਾਂ ਕਿ ਜੋ ਇੰਗੇਜਮੈਂਟ ਟੀਮ ਹੈ ਉਹ ਕੀ ਹੈ ਪ੍ਰੀ ਪਲਾਨਿੰਗ ਕਰ ਸਕੇ ਕਿ ਉਹਨੇ ਅੱਗੇ ਕਿਵੇਂ ਆਡਿਟਿੰਗ ਦਾ ਵਰਕ ਹੈ ਜੋ ਉਹ ਕਰਨਾ ਹੈ। ਅਤੇ ਇਸ ਤੋਂ ਇਲਾਵਾ ਜਿਹੜੇ ਡਾਇਰੈਕਟ ਸੁਪਰਵਿਜ਼ਨ ਕਰ ਸਕੇ ਆਡਿਟ ਵਰਕ ਦੀ।
ਤੇ ਇਸ ਤੋਂ ਇਲਾਵਾ ਕੀ ਹੈ ਜੇ ਕਿ ਜੋ ਵੀ ਉਹਨਾਂ ਦਾ ਵਰਕ ਹੋਊਗਾ ਕਿ ਜਿਸ ਰਿਗਾਰਡਿੰਗ ਉਹਨਾਂ ਦੀਆਂ ਸਟੇਟਮੈਂਟਸ ਦਿੱਤੀਆਂ ਜਾਣਗੀਆਂ ਉਸ ਰਿਗਾਰਡਿੰਗ ਉਹ ਕੀ ਹੈ ਅਕਾਊਂਟੇਬਲ ਵੀ ਹੋਣੇ ਚਾਹੀਦੇ ਨੇ। ਇਟ ਮੀਨਸ ਦੈਟ ਕਿ ਉਹਨਾਂ ਦੀ ਆਪਣੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਵੇਂ ਹੁਣ ਮੈਂ ਕੋਈ ਆਡੀਟਰ ਹਾਂ, ਠੀਕ ਹੈ, ਮੈਂ ਕੋਈ ਰਿਪੋਰਟ ਪ੍ਰਿਪੇਅਰ ਕਰਤੀ ਤਾਂ ਉਸ ਰਿਪੋਰਟ ਦੇ ਵਿੱਚ ਜਿੰਨਾ ਵੀ ਕੁਛ ਲਿਖਿਆ ਜਾਊਗਾ ਉਸ ਦੇ ਲਈ ਮੈਂ ਪਰਸਨਲੀ ਰਿਸਪੋਂਸੀਬਲ ਹਾਂ, ਠੀਕ ਹੈ। ਅਗਰ ਉਸ ਚੀਜ਼ ਦੇ ਲਈ ਕੋਈ ਕੁਐਸਚਨਿੰਗ ਹੁੰਦੀ ਹੈ ਤਾਂ ਆਡੀਟਰ ਜਵਾਬ ਦੇਊਗਾ ਕਿ ਇਸ ਦੇ ਵਿੱਚ ਇਹ ਸਟੇਟਮੈਂਟ ਹੈ ਜੋ ਕਿਉਂ ਲਿਖੀ ਗਈ ਹੈ, ਠੀਕ ਹੈ। ਸੋ ਇਸੇ ਲਈ ਜਿਹੜੀ ਆਡੀਟਰ ਰਿਪੋਰਟ ਹੈ ਉਹ ਕਿਵੇਂ ਬਣਾਈ ਜਾਂਦੀ ਹੈ, ਐਵੀਡੈਂਸਿਸ ਤੋਂ ਡਾਟਾ ਕਲੈਕਟ ਕਰਨ ਤੋਂ ਬਾਅਦ। ਸੇਮ ਹੀ ਇਹਦੇ ਓਬਜੈਕਟਿਵ ਨੇ। ਆਫਟਰ ਦੈਟ ਕੁਛ ਡੈਫੀਨੇਸ਼ਨਸ ਨੇਗੀਆਂ ਇਸ ਦੀਆਂ, ਜਿਵੇਂ ਆਡੀਟਿੰਗ ਡਾਕੂਮੈਂਟੇਸ਼ਨ ਹੋ ਗਈ, ਇਸ ਦੇ ਵਿੱਚ ਸਾਰੇ ਵਰਕ ਪੇਪਰਸ ਹੋ ਗਏ, ਠੀਕ ਹੈ, ਵਰਕਿੰਗ ਪੇਪਰਸ ਆਪਣੇ, ਅਤੇ ਇਸ ਤੋਂ ਇਲਾਵਾ ਕੋਈ ਹੋਰ ਡਾਕੂਮੈਂਟਸ ਵਗੈਰਾ। ਆਡਿਟ ਫਾਈਲ ਜਿਸ ਦੇ ਵਿੱਚ ਇਹ ਜਿਸ ਨੂੰ ਆਪਾਂ ਕੀ ਕਰਦੇ ਹਾਂ ਇੱਕ ਇਲੈਕਟ੍ਰੋਨਿਕ ਫੋਰਮ ਦੇ ਵਿੱਚ ਜਾਂ ਫਿਜ਼ੀਕਲ ਫੋਰਮ ਦੇ ਵਿੱਚ ਇੱਕ ਫਾਈਲ ਹੈ ਉਹਨੂੰ ਤਿਆਰ ਕਰਦੇ ਹਾਂ ਸਾਰੇ ਹੀ ਡਾਕੂਮੈਂਟਸ ਨੂੰ ਅਟੈਚ ਕਰਨ ਤੋਂ ਬਾਅਦ। ਐਕਸਪੀਰੀਅੰਸਡ ਆਡੀਟਰ ਇਜ਼ ਦੈਟ ਪਰਸਨ who have a experience of auditing, ठीक है, in the field of auditing. After that we'll decide it about documentation of audit procedure performed and evidences. Under this we will discuss about nature, timing and extent of audit procedures, कि जो ऑडिटिंग ਨੂੰ ਕਰਨ ਦੇ ਲਈ ਤੁਹਾਨੂੰ ਕਿੰਨਾ ਟਾਈਮ ਹੈ ਜੋ ਦਿੱਤਾ ਜਾਂਦਾ ਹੈ, ਕਿਉਂਕਿ ਇਹ ਜਿਸ ਅਥਾਰਟੀ ਦੇ ਅੰਡਰ ਆਪਾਂ ਆਡੀਟਿੰਗ ਕਰ ਰਹੇ ਹਾਂ ਉਹ ਹੀ ਅਥਾਰਟੀ ਹੈ ਜੋ ਆਪਾਂ ਨੂੰ ਕੀ ਕਰਦੀ ਹੈ ਇੱਕ ਟਾਈਮ ਲਿਮਿਟ ਜੋ ਟਾਈਮ ਲਾਈਨ ਹੈ ਉਹ ਪ੍ਰੋਵਾਈਡ ਕਰਦੀ ਹੈ ਕਿ ਇਸ ਟਾਈਮ ਲਾਈਨ ਤੱਕ ਤੁਹਾਡੀ ਜੋ ਆਡੀਟਿੰਗ ਹੈ ਉਸ ਦਾ ਵਰਕ ਹੈ ਜੋ ਉਹ ਫਿਨਿਸ਼ ਹੋ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਾਜੇ ਕੀ ਹੈ ਕਿ ਆਡੀਟਿੰਗ ਦੇ ਜਿਹੜੇ ਵੀ ਰਿਜ਼ਲਟਸ ਹੋਣਗੇ ਉਹਨਾਂ ਨੂੰ ਵੀ ਕੀ ਹੈ ਆਡਿਟ ਰਿਪੋਰਟ ਦੇ ਵਿੱਚ ਲਿਖਿਆ ਜਾਂਦਾ ਹੈ। After that we will discuss about departure from a relevant requirement, it doesn't need it, matters arising after the date of auditor's report, कि ऑडिटर इस रिपोर्ट ਨੂੰ ਬਣਾਉਣ ਤੋਂ ਬਾਅਦ ਜੋ ਵੀ ਸਰਕਮਸਟੈਂਸਿਸ ਹੋਣਗੀਆਂ ਉਹਨਾਂ ਨੂੰ ਕੌਣ ਫੇਸ ਕਰੇਗਾ, ऑडिटर फेस करूँगा जेकर कोई क्लैरिफिकेशन देनी है क्योंकि वो पर्सन अकाउंटेबल है। आफ्टर दैट जिहड़ी कंपनी है जिस दे रिगार्डिंग वो ऑडिट रिपोर्ट बनाई गई है तो फाइनल जो आपां कह दिंदे कि अकाउंटेबिलिटी है जो वो उस कंपनी की है। आफ्टर दैट ऑडिटर का काम की हुंदा है असैंबली ऑफ फाइनल ऑडिट फाइल, फाइनल जिहड़ी ऑडिट फाइल बनाऊगा ऑडिट रिपोर्ट बनाऊगा उसकी असैंबली हो गई। ऑडिटर की रिस्पोंसिबिलिटी रिलेटेड टू फ्रॉड, फ्रॉड के रिलेटेड एक ऑडिटर दी रिस्पोंसिबिलिटीज़ होंदियां ने। ਤਾਂ ਜਦੋਂ ਆਪਾਂ ਆਡੀਟਰ ਦੀ ਰਿਸਪੋਂਸਿਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਆਪਾਂ ਕੀ ਕਹਿੰਦੇ ਹਾਂ ਕਿ ਆਡੀਟਰ ਇਜ਼ ਲਾਈਕ ਅ ਵਾਚ ਡੌਗ ਨਾਟ ਅ ਬਲੱਡ ਹਾਊਂਡ। ਇਟ ਮੀਨਸ ਦੈਟ ਕਿ ਆਡੀਟਰ ਦਾ ਵਰਕ ਕੀ ਹੈ ਕਿ ਜੋ ਇੱਕ ਕੰਪਨੀ ਦੀਆਂ ਜਿੰਨੀਆਂ ਵੀ ਸਟੇਟਮੈਂਟਸ ਬਣੀਆਂ ਨੇ ਜਦੋਂ ਉਹਨਾਂ ਨੂੰ ਚੈੱਕ ਕਰਦਾ ਤਾਂ ਉਹਦੇ ਵਿੱਚ ਐਰਰਸ ਨੂੰ ਫਾਈਂਡ ਆਊਟ ਕਰਨਾ। ਹੀ ਕੈਨ ਜਸਟ ਓਨਲੀ ਫਾਈਂਡ ਆਊਟ ਦਾ ਐਰਰਸ, ਨਾਟ ਹੈਵ ਦਾ ਰਾਈਟ ਟੂ ਕਰੈਕਟ ਦੈਮ। ਸਿਰਫ ਉਹਨਾਂ ਨੂੰ ਫਾਈਂਡ ਆਊਟ ਕਰ ਸਕਦਾ, ਉਹਨਾਂ ਨੂੰ ਸਹੀ ਨਹੀਂ ਕਰ ਸਕਦਾ। ਤਾਂ ਇਹ ਵਰਕ ਕਿਹਦਾ ਹੁੰਦਾ, ਜਿਹੜੀ ਵੀ ਕੰਸਰਨਡ ਅਥਾਰਟੀ ਹੈ। ਤਾਂ ਜਸਟ ਇੱਕ ਆਡੀਟਰ ਦਾ ਵਰਕ ਕੀ ਹੁੰਦਾ ਕਿ ਕਿਸੇ ਵੀ ਸਟੇਟਮੈਂਟ ਦੇ ਵਿੱਚੋਂ ਜੋ ਵੀ ਗਲਤੀਆਂ ਨੇ ਉਹਨਾਂ ਨੂੰ ਕੀ ਕਰਨਾ, ਫਾਈਂਡ ਆਊਟ ਕਰਨਾ। ਉਸ ਤੋਂ ਬਾਅਦ ਪ੍ਰੋਫੈਸ਼ਨਲ ਸਕੈਪਟਿਸਿਜ਼ਮ ਦਾ ਪੁਆਇੰਟ ਆਉਂਦਾ। ਤਾਂ ਸੇਮ ਹੀ ਆਪਾਂ ਪਿੱਛੇ ਜੋ ਇਸ ਚੀਜ਼ ਨੂੰ ਕਰ ਚੁੱਕੇ ਹਾਂ, ਡਿਸਕਸ਼ਨ ਅਮੰਗ ਇੰਗੇਜਮੈਂਟ ਟੀਮ, ਇਹ ਵਾਲਾ ਟੋਪਿਕ ਵੀ ਆਪਾਂ ਕਰ ਚੁੱਕੇ ਹਾਂ। ਆਫਟਰ ਦੈਟ ਹੈ ਰਿਸਕ ਅਸੈਸਮੈਂਟ ਪ੍ਰੋਸੀਜਰਸ। ਰਿਸਕ ਅਸੈਸਮੈਂਟ ਪ੍ਰੋਸੀਜਰ ਆਪਾਂ ਨੂੰ ਕੀ ਕਹਿੰਦਾ ਹੈ, ਕਹਿੰਦੇ ਜਦੋਂ ਇੱਕ ਕੰਪਨੀ ਦੀਆਂ ਫਾਈਨੈਂਸ਼ੀਅਲ ਜਿਹੜੀਆਂ ਸਟੇਟਮੈਂਟਸ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ, ਉਹਨਾਂ ਸਟੇਟਮੈਂਟਸ ਦੇ ਵਿੱਚ ਅਗਰ ਕੋਈ ਵੀ ਮਿਸਸਟੇਟਮੈਂਟ ਆਉਂਦੀ ਹੈ ਜਾਂ ਕੋਈ ਵੀ ਇਹੋ ਜਿਹਾ ਫੈਕਟਰ ਆਉਂਦਾ ਜਿਹੜਾ ਕਿ ਮਟੀਰੀਅਲ ਫੈਕਟਰ ਹੈ ਜਿਸ ਨੂੰ ਅਲਟਰੇਸ਼ਨ ਕੀਤੀ ਗਈ ਹੈ, ਠੀਕ ਹੈ, ਕਿ ਕੰਪਨੀ ਦੀਆਂ ਸਟੇਟਮੈਂਟਸ ਵਿੱਚ ਕੋਈ ਓਮਿਸ਼ਨ ਹੈ, ਐਰਰ ਹੈ, ਤਾਂ ਉਸ ਚੀਜ਼ ਦੇ ਰਿਗਾਰਡਿੰਗ ਸਿਰਫ ਇੱਕ ਆਡੀਟਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਫਾਈਂਡ ਆਊਟ ਕਰੇ, ਠੀਕ ਹੈ। ਤਾਂ ਜਿਹੜਾ ਰਿਸਕ ਦਾ ਫੈਕਟਰ ਹੈ ਇੱਥੇ ਜ਼ਿਆਦਾ ਹੁੰਦਾ ਕਿਉਂਕਿ ਜਿਹੜਾ ਕੰਪਨੀ ਦਾ ਪੂਰੇ ਸਾਲ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਉਹਨਾਂ ਨੂੰ ਕੀ ਕੀਤਾ ਜਾਂਦਾ ਹੈ, ਵੈਰੀਫਾਈ ਕੀਤਾ ਜਾਂਦਾ। ਉਸ ਤੋਂ ਬਾਅਦ ਹੈ ਦੋਜ਼ ਚਾਰਜਡ ਵਿਦ ਗਵਰਨੈਂਸ। ਗਵਰਨੈਂਸ ਦੇ ਵਿੱਚ ਕੀ ਹੈ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿਹੜੇ ਫਰੋਡ ਕੋਈ ਵੀ ਕਿਸੇ ਵੀ ਐਂਟੀਟੀ ਦੇ ਵਿੱਚ ਹੋਇਆ, ਠੀਕ ਹੈ, ਅਗਰ ਕਿਸੇ ਐਂਟੀਟੀ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਕੋਈ ਗਲਤੀ ਨਿਕਲਦੀ ਹੈ, ਕੋਈ ਐਰਰ ਨਿਕਲਦੀ ਹੈ, ਤਾਂ ਉਸ ਦੇ ਰਿਲੇਟਡ ਉਸ ਐਂਟੀਟੀ ਨੂੰ ਵੀ ਦੱਸਿਆ ਜਾਂਦਾ ਹੈ ਕਿ ਤੁਹਾਡੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਇਹ ਵਾਲਾ ਜਿਹੜੀ ਮਿਸਟੇਕ ਹੈ ਉਹ ਹੈ, ਕਿਉਂਕਿ ਆਪਾਂ ਉਹਨਾਂ ਨੂੰ ਕੀ ਹੈ ਇੱਕ ਚਾਂਸ ਦਿੰਦੇ ਹਾਂ, ਠੀਕ ਹੈ, ਹੀਅਰਿੰਗ ਦਾ, ਠੀਕ ਹੈ। ਉਹਨਾਂ ਦੀ ਮਤਲਬ ਕਈ ਵਾਰ ਕੀ ਹੁੰਦਾ, ਕੋਈ ਰੀਜ਼ਨ ਹੁੰਦਾ ਕਿ ਕਿਸੇ ਸਟੇਟਮੈਂਟ ਨੂੰ ਇਸ ਤਰ੍ਹਾਂ ਕਿਉਂ ਲਿਖਿਆ ਗਿਆ, ਜੇਕਰ ਉਹਨਾਂ ਕੋਲ ਪੂਰੇ ਸੁਟੇਬਲ ਜੋ ਗਰਾਊਂਡਸ ਹੈਗੇ ਨੇ ਉਸ ਚੀਜ਼ ਦੇ, ਦੈਨ ਉਸ ਚੀਜ਼ ਨੂੰ ਕੀ ਹੈ ਵੈਰੀਫਾਈਡ ਮੰਨ ਲਿਆ ਜਾਂਦਾ ਹੈ।
उस तो बाद जो तुहाडा फाइनली टॉपिक है वो है ऑडिटर्स रिपोर्ट। जिस तरह आप प्रीवियसली पिछे भी डिस्कस कर चुके हैं कि जी ऑडिट रिपोर्ट है वो की है सब तो लास्ट के उत्ते बनाई जाती है ना, कि जो एक ऑडिटर का सारा काम है जो खत्म हो जाता है तो उदों बनाई जाती है। तो यदि बेसिक फीचर की है, सब तो इंपॉर्टेंट फीचर है कि जो ऑडिट रिपोर्ट है वो रिटन फॉर्म के होंदी है। ठीक है, एक रिटन फॉर्म के लिखा जाता है। तो जो ऑडिटर रिपोर्ट है तो उसके की कुछ होंदा है, पहला टाइटल होंदा है। ठीक है, जिथे आप की है कि एक इंडिपेंडेंटली जी ऑडिटिंग की जाऊगी, एक ऑडिटर इस चीज़ के बारे लिखता है। उस तो बाद की है जी एड्रैस ही लिखा जाता है कि जिस ਜਿਹੜੇ भी परसन नेगे सॉरी जो ऑडिट इंगेजमेंट है उसके लिए अपन जो भी एड्रैसिंग्स चाहिए नेगियां। उस तो बाद इंट्रोडक्टरी पैराग्राफ लिखा जाता है कि किस टाइप दी जड़ियाँ फाइनैंशियल स्टेटमेंट्स नेगियां वो तुहाडियां चैक कीतियां जाणगियां। आफ्टर दैट मैनेजमेंट की रिस्पोंसिबिलिटी देखी जाती है कि जो एक ऑडिटर अपनी रिपोर्ट बनाऊगा तो मैनेजमेंट की रिस्पोंसिबिलिटी है। मैनेजमेंट में जिवें आपां कह दें कि कोऑपरेट करना चाहिए, हर तरह का जो डाटा है वो की है ऑडिट टीम नूं सप्लाई करना चाहिए। उस तो बाद की है कुछ ऑडिटर दी रिस्पोंसिबिलिटीज़ लिखिया जांदियां ने। ऑडिटर दी रिस्पोंसिबिलिटीज़ दे विच आपां कह दिंदे आ कि ऑडिटर ने की कुछ परफॉर्म करना है। ठीक है, कि ऑडिटर है जो अपना वर्क किस वे दे नाल करूगा, क्योंकि जो ऑडिटर है रजे वो बेसिकली वर्क करता है एविडेंसिस के बिहाफ के उत्ते। जो भी उसनों फाइनैंशियल स्टेटमेंट्स दित्तियां जांदियां ने, जो भी उसनों एविडेंसिस ने जिहड़े वो प्रोवाइड कीते जाते हैं। उस तो बाद वो एक पैराग्राफ लिखता है ऑडिटर ओपीनियन का, कि आफ्टर चैकिंग द फाइनैंशियल स्टेटमेंट्स व्हाट इज़ द ओपीनियन ऑफ एन ऑडिटर रिगार्डिंग द कंपनी। उस कंपनी के रिगार्डिंग उस कंसर्नड ऑडिटर की अपनी की ओपीनियन है। ओपीनियन होंदा है कि आप कह दें कि राय उस परसन की थिंकिंग की है। आफ्टर दैट है तुहाडा सिग्नेचर। जो सारी ऑडिटर नूं वो परसन प्रिपेयर कर लैंदा है तो लास्ट के उत्ते उस उत्ते की कीता जांदा है, साइन किया जाता है, डेट लिखी जाती है तो प्लेस लिखा जाता है जिस प्लेस के उत्ते उसने वो ऑडिटर रिपोर्ट है जी प्रिपेयर की है। उस तो बाद है रजे ऑडिटर्स रिपोर्ट प्रेसक्राइब बाय लॉ, कि जो जिन्ने भी हुण इसके पार्ट होंगे, टाइटल लिख लिया, एड्रैस ही लिख लिया, इंट्रोडक्टरी पैराग्राफ लिखे, जिन्ने भी ये सारे पार्ट ने ये एक लॉफुली प्रोसीजर के अंडर चलणगे, कि जिस तरह लॉ ने इन्हां चीज़ों नूं पहला तो डिस्क्राइब किया उन्हां दे अकॉर्डिंग ही जी एक ऑडिटर रिपोर्ट है वो प्रिपेयर की जाएगी। सो बेसिकली इस पूरे चैप्टर का जो एक डिस्क्रिप्शन है वो यो ही है कि जो एक ऑडिटर है उसकी बेसिक जी रिस्पोंसिबिलिटी है वो अपन बेसिक रिस्पोंसिबिलिटीज़ नूं करन दे लई, जिवें हुण बेसिक रिस्पोंसिबिलिटी उसकी की होगी ऑडिटिंग ही है। इस नूं करन दे लई वो की करदा है एक सैट ऑफ जो स्टैंडर्ड्स है, सैट ऑफ रूल्स है उसनूं फॉलो करता है ताकि एक जिहड़ा यूनीफॉर्म प्रोसीजर है ऑडिटिंग दे विच वो बनिया रहे।